ਨੂੰ ਸਾਰਿਆਂ ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵੱਲੋਂ ਪੰਜਾਬ ਦੇ ਵਿਰਾਸਤ ਦੇ ਨਾਲ ਸੰਬੰਧਿਤ ਕਲਾ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਸਾਡੇ ਇੱਥੇ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤਾ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ। ਇਹ ਜਿਹੜੀ ਵਿਰਾਸਤ ਲਗਾਈ ਗਈ ਆ ਰੰਗਲੇ ਪੰਜਾਬ ਨਾਲ ਸੰਬੰਧਿਤ ਵਾ ਔਰ ਇੱਦਾਂ ਦੀਆਂ ਜਿਹੜੀਆਂ ਅੱਜ ਚੀਜ਼ਾਂ ਖਤਮ ਹੋ ਗਈਆਂ ਆ ਉਹ ਬਿਲਕੁਲ ਨਹੀਂ ਮਿਲਦੀਆਂ। ਮਤਲਬ ਇਹਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਗਈਆਂ ਜਿਹੜੀਆਂ 60 ਸਾਲ ਪੁਰਾਣੀਆਂ ਚੀਜ਼ਾਂ, 70 ਸਾਲ ਪੁਰਾਣੀਆਂ ਸ਼ੀਸ਼ਾ, ਕੰਘੀ, ਰੰਬਾ, ਦਾਤੀ, ਗਾਗਰ, ਇਹ ਚੀਜ਼ਾਂ ਨਾ ਆਉਣ ਵਾਲੇ ਸਮੇਂ 'ਚ ਬਿਲਕੁਲ ਅਲੋਪ ਹੀ ਹੋ ਜਾਣੀਆਂ ਆ। ਸਾਨੂੰ ਪੁਰਾਣੇ ਪੰਜਾਬ 'ਤੇ ਬਹੁਤ ਮਾਣ ਆ ਅਤੇ ਸਾਨੂੰ ਇਹ ਜਿਹੜੀ ਵਿਰਾਸਤ ਆ ਸੰਭਾਲ ਕੇ ਰੱਖਣੀ ਚਾਹੀਦੀ। ਮੈਂ ਇਹਨਾਂ ਸਾਰੇ ਜਿਹੜੇ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਪੰਜਾਬੀ ਵਿਭਾਗ ਵੱਲੋਂ ਪ੍ਰੋਫੈਸਰ ਕਮਲ ਕੁਮਾਰ ਧੰਨਵਾਦ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿੱਚ ਅੱਜ ਅਸੀਂ ਆਪਣਾ ਸਾਲਾਨਾ ਸਮਾਗਮ, ਜਿਸ ਨੂੰ ਅਸੀਂ ਵਿਸਾਖੀ ਮੇਲਾ 2022 ਦਾ ਰੂਪ ਦਿੱਤਾ, ਉਹ ਮਨਾ ਰਹੇ ਹਾਂ। ਔਰ ਇਸ ਸਾਰੇ ਜਿਹੜੇ ਆ ਸਮਾਗਮ ਦੀ ਰੂਪਰੇਖਾ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਵਿਦਿਆਰਥੀ ਜਿਹੜੇ ਆ ਵੱਧ ਤੋਂ ਵੱਧ ਇਹਦੇ ਨਾਲ ਇਨਵੋਲਵ ਕੀਤੇ ਜਾਣ, ਉਹਨਾਂ ਦੀ ਪ੍ਰਤਿਭਾ, ਉਹਨਾਂ ਦੀ ਕਲਾ ਜਿਹੜੀ ਆ ਅਲੱਗ-ਅਲੱਗ ਸੱਭਿਆਚਾਰਕ ਵੰਨਗੀਆਂ ਰਾਹੀਂ ਉਹ ਸਾਹਮਣੇ ਆ ਸਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਕਾਲਜ ਦੇ ਵਿੱਚੋਂ ਵੱਡੇ ਕਲਾਕਾਰ ਬਣ ਕੇ ਨਿਕਲਣ, ਵੱਡੇ ਚੰਗੇ ਇਨਸਾਨ ਜਿਹੜੇ ਆ ਬਣ ਕੇ ਨਿਕਲਣ। ਦੂਸਰਾ ਜਿਹੜਾ ਅਸੀਂ ਇਸ ਮੇਲੇ ਦਾ ਦੂਜਾ ਜਿਹੜਾ ਅਸੀਂ ਰੂਪਰੇਖਾ ਦੇ ਵਿੱਚ ਪੱਖ ਰੱਖਿਆ, ਉਹ ਇੱਕ ਜਿਹੜਾ ਉਹ ਵਿਰਾਸਤੀ ਕਲਾ ਪ੍ਰਦਰਸ਼ਨੀ ਦੇ ਰੂਪ ਵਿੱਚ ਰੱਖਿਆ। ਆਪਣੇ ਵਿਰਸੇ ਨੂੰ, ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ, ਨਵੀਂ ਪੀੜ੍ਹੀ ਤੋਂ ਜਾਣੂ ਕਰਵਾਉਣਾ ਔਰ ਉਹਦੀਆਂ ਚੰਗੀਆਂ ਗੱਲਾਂ ਨੂੰ ਅੱਗੇ ਲੈ ਕੇ ਜਾਣਾ, ਇਹ ਬਹੁਤ ਜ਼ਰੂਰੀ ਆ। ਔਰ ਸਾਰੇ ਸਟਾਫ ਨੇ, ਸਾਰੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਦੇ ਨਾਲ ਇਹੋ ਜਿਹੀਆਂ ਜਿਹੜੀਆਂ ਨਾ ਵਸਤਾਂ ਪ੍ਰਦਰਸ਼ਿਤ ਕੀਤੀਆਂ, ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚੋਂ ਲੱਭ ਕੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਦੇਖਿਆ ਹੋਣਾ ਕਿ ਸਾਡੀ ਖੇਤੀ ਨਾਲ ਸੰਬੰਧਿਤ, ਸਾਡੀਆਂ ਲੋਕ ਕਲਾਵਾਂ ਦੇ ਨਾਲ ਸੰਬੰਧਿਤ, ਸਾਡਾ ਜਿਹੜਾ ਲੋਕ ਜੀਵਨ ਆ ਉਹਦੇ ਨਾਲ ਸੰਬੰਧਿਤ ਜਿਹੜੀਆਂ ਕਿੰਨੀਆਂ ਵਸਤਾਂ ਜਿਹੜੀਆਂ ਲੋਪ ਹੋ ਰਹੀਆਂ, ਉਹ ਅਸੀਂ ਪ੍ਰਦਰਸ਼ਿਤ ਕੀਤੀਆਂ। ਔਰ ਮੈਂ ਸਮਝਦਾ ਕਿ ਇਹ ਜਿਹੜੀ ਕਲਾ ਪ੍ਰਦਰਸ਼ਨੀ ਆ, ਇਹ ਵੀ ਇੱਕ ਬਹੁਤ ਚੰਗਾ ਸੁਨੇਹਾ ਜਿਹੜਾ ਸਮਾਜ ਵਿੱਚ ਵਿਦਿਆਰਥੀਆਂ ਵਿੱਚ ਲੈ ਕੇ ਜਾਊਗੀ। ਇਸ ਪ੍ਰਦਰਸ਼ਨੀ ਦੇ ਨਾਲ ਹੀ ਜਿਹੜਾ ਨਾ ਅਸੀਂ ਸੱਭਿਆਚਾਰ ਜਿਹੜਾ ਸਾਡਾ ਹੈਗਾ ਉਹਨੂੰ ਪੁਸਤਕ ਸੱਭਿਆਚਾਰ ਦੇ ਰੂਪ ਵਿੱਚ ਵੀ ਕਨਵਰਟ ਕਰਨਾ, ਕਿਉਂਕਿ ਕਿਤਾਬਾਂ ਹੀ ਜਿਹੜੀਆਂ ਉਹ ਸਾਡੀ ਜ਼ਿੰਦਗੀ ਨੂੰ ਬਣਾਉਂਦੀਆਂ, ਕਿਤਾਬਾਂ ਹੀ ਸਾਨੂੰ ਚੰਗੇ ਇਨਸਾਨ ਬਣਾਉਂਦੀਆਂ, ਸੰਵੇਦਨਸ਼ੀਲ ਇਨਸਾਨ ਬਣਾਉਂਦੀਆਂ, ਚੰਗਾ ਸਮਾਜ ਸਿਰਜਦੀਆਂ। ਉਹ ਇਸ ਕਰਕੇ ਅਸੀਂ ਇੱਕ ਜਿਹੜੀ ਪੁਸਤਕ ਪ੍ਰਦਰਸ਼ਨੀ ਵੀ ਨਾਲ ਜਿਹੜੀ ਆ ਉਹ ਲਾਈ ਗਈ। ਔਰ ਮੇਲੇ ਦਾ ਸਾਰਾ ਰੂਪ ਹੀ ਆ, ਤੁਸੀਂ ਦੇਖਿਆ ਹੋਣਾ ਕਿ ਵਿਰਾਸਤੀ ਕਲਾ ਪ੍ਰਦਰਸ਼ਨੀ, ਪੁਸਤਕ ਪ੍ਰਦਰਸ਼ਨੀ ਅਤੇ ਦੂਜਾ ਸਟੇਜ ਉੱਤੇ ਸੱਭਿਆਚਾਰਕ ਜਿਹੜੀਆਂ ਹੈਗੀਆਂ ਆਈਟਮਾਂ, ਉਹਨਾਂ ਦੀ ਪ੍ਰਦਰਸ਼ਨੀ। ਔਰ ਇਹ ਇੱਕ ਇਸ ਕਰਕੇ ਅਸੀਂ ਇੱਕ ਵੱਡਾ ਸੁਨੇਹਾ ਜਿਹੜਾ ਇਸ ਮੇਲੇ ਦੇ ਥਰੂ ਸਮਾਜ ਨੂੰ, ਵਿਦਿਆਰਥੀਆਂ ਨੂੰ ਦੇਣਾ ਚਾਹੁੰਦੇ ਹਾਂ। ਔਰ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਅਸੀਂ ਜਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਵਿਦਿਆਰਥੀਆਂ ਤੋਂ ਕਾਮਯਾਬ ਹਾਂ। ਔਰ ਇਸ ਸੰਸਥਾ ਨੂੰ ਅਸੀਂ ਇੱਕ ਜਿਹੜੀ ਆ ਬਹੁਤ ਵੱਡੀ ਸੰਸਥਾ ਦੇ ਤੌਰ 'ਤੇ ਖੜਾ ਕਰਨਾ। ਹਾਲਾਂਕਿ ਇਸ ਵੇਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਆ, ਜਿਵੇਂ ਡੀਨ ਸਾਹਿਬ ਨੇ ਦੱਸਿਆ ਕਿ 800 ਤੋਂ ਉੱਪਰ ਵਿਦਿਆਰਥੀ ਹੈਗਾ, ਲੇਕਿਨ ਇਹ ਕਿਉਂਕਿ ਯੂਨੀਵਰਸਿਟੀ ਕਾਲਜ ਆ ਔਰ ਮਿਆਰੀ ਅਤੇ ਸਸਤੀ ਸਿੱਖਿਆ ਇੱਥੇ ਦਿੱਤੀ ਜਾ ਰਹੀ ਆ, ਜਿਹੜੀ ਕਿਤੇ ਹੋਰ ਨੇੜੇ ਤੇੜੇ ਉਪਲਬਧ ਨਹੀਂ ਗੀ। ਤਾਂ ਉਹ ਸਿੱਖਿਆ ਅਸੀਂ ਚਾਹੁੰਦੇ ਹਾਂ ਕਿ ਘਰ ਘਰ ਜਾਵੇ ਔਰ ਖ਼ਾਸ ਤੌਰ 'ਤੇ ਵੰਚਿਤ ਲੋਕਾਂ ਤੱਕ ਜਾਵੇ। ਇਹ ਮੇਰਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਦੇਸ਼ ਹੋਊਗਾ। ਸੋ ਇੱਕ ਵਾਰ ਫਿਰ ਮੈਂ ਵਿਸਾਖੀ ਦੇ ਪਾਵਨ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਡਾਕਟਰ ਅੰਬੇਦਕਰ ਜੀ ਦਾ ਵੀ ਕੱਲ੍ਹ ਨੂੰ ਮਨਾ ਰਹੇ ਆਪਾਂ, ਮਹਾਂਵੀਰ ਜਯੰਤੀ ਜੀ ਵੀ ਮਨਾ ਰਹੇ ਹਾਂ, ਉਹਦੀਆਂ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਸ਼ੁਕਰੀਆ ਸਰ। ਅੱਜ ਤੁਹਾਡੇ ਕਾਲਜ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਕੀ ਕਹਿਣਾ ਚਾਹੋਗੇ? ਦੇਖੋ, ਇਹ ਕਾਲਜ ਦੇ ਵਿੱਚ ਸਾਰੀਆਂ ਗਤੀਵਿਧੀਆਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹੁੰਦੀਆਂ। ਪਿੱਛੇ ਕਿਉਂਕਿ ਕਰੋਨਾ ਕਾਲ ਰਿਹਾ, ਕਾਫੀ ਬੰਦ ਸੀ, ਪਰ ਇਸ ਟਾਈਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ, ਇਹਨਾਂ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਰੰਧਾਵਾ, ਉਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ, ਜਿਹੜਾ ਕਿ ਐਨੂਅਲ ਫੰਕਸ਼ਨ ਨੂੰ ਵਿਸਾਖੀ ਮੇਲਾ 2022 ਬਣਾ ਦਿੱਤਾ, ਤਾਂ ਕਿ ਸਾਰੇ ਬੱਚੇ ਇਹਦੇ ਵਿੱਚ ਪਾਰਟੀਸਪੇਟ ਕਰਨ, ਆਪਣਾ ਜਿਹੜਾ ਉਹਨਾਂ ਦਾ ਟੇਲੈਂਟ ਹੈ ਉਹ ਸ਼ੋਅ ਕਰ ਸਕਣ। ਇਹਦੀ ਇੱਕ ਹੋਰ ਵੀ ਬੜੀ ਚੀਜ਼ ਹੁੰਦੀ ਹੈ, ਜਿੰਨੇ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਕਰਾਂਗੇ, ਉਹਨਾਂ ਦੇ ਵਿੱਚ ਟੇਲੈਂਟ ਬੜਾ ਹੁੰਦਾ, ਉਹ ਟੇਲੈਂਟ ਉੱਭਰ ਕੇ ਸਾਹਮਣੇ ਆਉਂਦਾ। ਦੂਸਰਾ, ਇਹ ਸਮਾਜ ਦੇ ਵਿੱਚ ਵੀ ਤੁਹਾਡਾ ਮੈਸੇਜ ਆਏਗਾ
ਤਾਂ ਕਿ ਵੀ ਇਸ ਕਾਲਜ 'ਚ ਇੰਨੀਆਂ ਗਤੀਵਿਧੀਆਂ ਚੱਲਦੀਆਂ ਨੇ ਅਤੇ ਅਸੀਂ ਬੱਚਿਆਂ ਨੂੰ ਇੱਥੇ ਪੜ੍ਹਾਈਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਉਹਨਾਂ ਦੀ ਰਹਿਨੁਮਾਈ ਹੇਠ ਜੋ ਵਾਈਸ ਚਾਂਸਲਰ ਨੇ ਲਗਾਤਾਰ ਉਦਮ ਕਰ ਰਹੀ ਹੈ ਵੀ ਜਿੰਨੇ ਸਾਡੇ 17 ਕੰਸਟੀਚੁਐਂਟ ਕਾਲਜ ਜਿਹੜੇ ਕਿ ਰੂਰਲ ਏਰੀਏ ਦੇ ਵਿੱਚ ਨੇ, ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹੋ ਜਿਹੇ ਇਲਾਕਿਆਂ ਦੇ ਵਿੱਚ ਇਹ ਕਾਲਜ ਨੇ, ਉੱਥੇ ਇਸ ਕਾਲਜ ਦੇ ਵਿੱਚ ਹੁਣ 800 ਸਟਰੈਂਥ ਹੈ ਅਤੇ ਮੈਨੂੰ ਲੱਗਦਾ ਵੀ ਇਹ 1000 ਟਪਾਉਣਗੇ ਐਕਟੀ। ਮੈਡਮ ਵੀ ਆਏ ਸੀ, ਮੈਡਮ ਇੰਦਰਜੀਤ ਕੌਰ ਮਾਨ ਜਿਹੜੇ MLA ਨੇ, ਇਹ DO ਨਾਲ ਕਰਕੇ ਤਾਂ ਮੀਟਿੰਗਾਂ ਅਤੇ ਬਾਕੀ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਨਾਲ ਇਹਦੀ ਮਤਲਬ ਕਿ ਨੰਬਰ ਵੀ ਵਧੇਗਾ ਸਟੂਡੈਂਟ ਦਾ। ਔਰ ਸਾਡਾ ਮਕਸਦ ਵੀ ਇਹੀ ਹੈ ਵੀ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਸਮਾਜ ਦੇ ਵਿੱਚ ਵਧੀਆ ਸਿੱਖਿਆ ਪ੍ਰਦਾਨ ਕਰ ਸਕੀਏ ਜਿਹੜੀ ਕਿ ਘੱਟ ਫੀਸਾਂ 'ਤੇ ਹੈ ਅਤੇ ਉਹ ਦੇ ਸਕੀਏ। ਸਾਡਾ ਇਹੀ ਮੰਤਵ ਹੈ। ਅਤੇ ਵਿਸਾਖੀ ਮੇਲੇ ਦੀਆਂ ਸਾਰਿਆਂ ਨੂੰ ਵਧਾਈਆਂ। ਵਿਸਾਖੀ ਦਾ ਪੰਜਾਬ ਦਾ ਇੱਕ ਆਪਣਾ ਵੈਸੇ ਹੀ ਇਹੋ ਜਿਹਾ ਤਿਉਹਾਰ ਹੈ ਜਿੱਥੇ ਗੁਰੂ ਸਾਹਿਬ ਨੇ ਤਾਂ ਸੁਭਾਅ ਹੀ ਬਦਲਤਾ ਸੀ, ਚਿੜੀਆਂ ਤੋਂ ਬਾਜ਼ ਚੜ੍ਹਾਤੇ। ਮਤਲਬ ਕਿ ਇਹ ਤਾਂ ਉਹ ਮੌਕਾ ਹੈ ਅਤੇ ਜਦੋਂ ਇਹੋ ਜਿਹੇ ਜੋਸ਼ ਬੱਚਿਆਂ 'ਚ ਹੋਵੇ ਤਾਂ ਉਹ ਕੁਛ ਤੇ ਕੁਛ ਕਰ ਸਕਦੇ ਨੇ ਅਤੇ ਵਾਕਈ ਸਮਾਜ ਨੂੰ ਬੜਾ ਸੁਧਾਰ ਕਰ ਸਕਦੇ ਆ ਉਹ ਆਪਣਾ ਟੈਲੈਂਟ ਸ਼ੋਅ ਕਰਕੇ। ਸੋ ਬਹੁਤ ਬਹੁਤ ਧੰਨਵਾਦ। ਠੀਕ, ਹਾਂਜੀ ਮੈਮ, ਅੱਜ ਵਿਸਾਖੀ ਦੇ ਦਿਨ ਤੇ ਪ੍ਰੋਗਰਾਮ 'ਚ ਪਹੁੰਚੇ, ਕੀ ਕਹਿਣਾ ਚਾਹੋਗੇ? ਅੱਜ ਗਵਰਨਮੈਂਟ ਕਾਲਜ ਦਾ ਐਨੂਅਲ ਫੰਕਸ਼ਨ ਹੈ। ਕੋਵਿਡ ਤੋਂ ਬਾਅਦ ਇਹ ਕਾਲਜ ਦਾ ਪਹਿਲਾ ਫੰਕਸ਼ਨ ਹੈ ਅਤੇ ਇਹਨੂੰ ਬੜੀ ਖੁਸ਼ੀ ਨਾਲ ਸਾਰਾ ਕਾਲਜ, ਤੁਸੀਂ ਬਾਹਰ ਦੇਖਿਆ ਹੋਣਾ ਕਿ ਸਾਰੀਆਂ ਬੱਚੇ ਸਾਰੇ ਜਿਹੜੇ ਉਹ ਇਸ ਫੰਕਸ਼ਨ ਦੇ ਵਿੱਚ ਇਕੱਠੇ ਹੋਏ। ਪ੍ਰਿੰਸੀਪਲ ਸਾਹਿਬ ਨੇ, ਡੀਨ ਸਾਹਿਬ ਪਹੁੰਚੇ ਹੋਏ ਆ ਬੱਚਿਆਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ, ਅਤੇ ਪਰਮਾਤਮਾ ਇਹਨਾਂ ਨੂੰ ਲਾਈਫ ਦੇ ਵਿੱਚ ਤਰੱਕੀ ਦੇਵੇ। ਇਹੀ ਦੁਆ। ਵਿਸਾਖੀ ਤੇ ਕੀ ਮੈਸੇਜ ਦਓਗੇ? ਵਿਸਾਖੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਇਹ ਪਵਿੱਤਰ ਤਿਉਹਾਰ ਆ ਅਤੇ ਸਭ ਨੂੰ ਰਲ ਮਿਲ ਕੇ ਭਾਈਚਾਰਕ ਸਾਂਝ ਦਾ ਸਬੂਤ ਦੇਣ, ਸਾਰੇ ਇਕੱਠੇ ਹੋ ਕੇ ਤਿਉਹਾਰ ਵੀ ਮਨਾਉਣ ਅਤੇ ਬਹੁਤ ਸਾਰੀਆਂ ਕਮਿਟਮੈਂਟਸ ਆਪਣੇ ਨਾਲ ਕਰਨ। ਜਿਹੜੀਆਂ ਕਮਿਟਮੈਂਟਸ ਕਰਕੇ ਅਸੀਂ ਸਰਕਾਰ ਲੈ ਕੇ ਆਏ ਹਾਂ, ਉਹੀ ਕਮਿਟਮੈਂਟਸ ਜਿਹੜੀਆਂ ਹਰ ਇਨਸਾਨ ਆਪਣੇ ਆਪ ਨਾਲ ਕਰੇ ਕਿ ਅਸੀਂ ਉਹਦੇ ਤੋਂ ਪੂਰੇ ਉਤਰਨ। ਠੀਕ।